ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਲਵਾਨ। ਪੰਜਾਬ ਦੇ ਹੜ੍ਹਾਂ ਦੇ ਵਿਚਕਾਰ ਬਹੁਤ ਸਾਰੀ ਫਾਊਂਡੇਸ਼ਨਸ ਅੱਗੇ ਆਈਆਂ। ਰਾਉਂਡਗ੍ਰਾਸ ਫਾਊਂਡੇਸ਼ਨ ਜੋ ਹੈ ਉਹ ਵੀ ਅੱਗੇ ਆਈ ਹੈ। ਸੰਨੀ ਗੁਰਪ੍ਰੀਤ ਸਿੰਘ ਮੇਰੇ ਨਾਲ ਮੌਜੂਦ ਨੇ। ਸਰ, ਪੰਜਾਬ ਦੇ ਵਿੱਚ ਹਾਲਾਤਾਂ ਦੇ ਵਿਚਕਾਰ ਬਹੁਤ ਸਾਰੇ ਫਾਊਂਡੇਸ਼ਨ ਜੋ ਬਾਹਰ ਬੈਠੇ ਨੇ ਉਹ ਆ ਰਹੇ ਨੇ ਤੇ ਹੈਲਪ ਕਰ ਰਹੇ ਨੇ। ਸਭ ਤੋਂ ਵੱਡੀ ਗੱਲ ਹੈ, ਤੁਸੀਂ ਕਿੱਥੇ ਕਿੱਥੇ ਪੰਜਾਬ ਦੇ ਵਿਚਕਾਰ ਹੈਲਪ ਕੀਤੀ ਹੈ ਤੇ ਕਿਸ ਤਰ੍ਹਾਂ ਦੀ ਸਥਿਤੀ ਤੁਸੀਂ ਦੇਖੀ ਹੈ? ਸੋ ਮੈਂ ਤਾਂ ਸਿਆਟਲ ਬੈਠਾ, ਮਗਰ ਸਾਡੀ ਟੀਮ ਇੱਥੇ ਬੈਠੀ ਹੈ। ਸੇ ਟੀਮ ਤੋਂ ਮੈਨੂੰ ਖਾਲੀ ਅਪਡੇਟਸ ਮਿਲਦੀ ਸੀ ਹਰ ਰੋਜ਼ ਕਿ ਕੀ ਹੋ ਰਿਹਾ ਇੱਥੇ। ਐਂਡ ਆਈ ਵਾਸ ਕੁਆਇਟ ਵਰਿਡ ਕਿ ਜੋ ਫਲੱਡਸ ਆਏ ਨੇ ਕੁਆਇਟ ਡੈਵਸਟੇਟਿੰਗ। ਇਟਸ ਵਨਸ ਇਨ ਅ ਲਾਈਫ ਟਾਈਮ ਟਾਈਪ ਆਫ ਫਲੱਡ। ਸੋ ਅਸੀਂ ਹੁਣ ਥਰੂ ਦਾ ਫਾਊਂਡੇਸ਼ਨ ਅਸੀਂ 1800 ਵਿਲੇਜਸ ਹੈਗੇ ਆ। ਸੋ ਮੈਂ ਟੀਮ ਨੂੰ ਇਹ ਡਿਸਕਸ਼ਨ ਹੋਈ ਕਿ ਜੇ 1800 ਵਿਲੇਜਸ ਅਸੀਂ ਹੈਗੇ ਆ, ਉਹਨਾਂ ਵਿੱਚ ਕਿਹੜੇ ਵਿਲੇਜਸ ਇੰਪੈਕਟ ਹੋਏ ਨੇ, ਕਿਹੜੇ ਲੋਕੀ ਇੰਪੈਕਟ ਹੋਏ ਨੇ। ਲੈਟਸ ਟੇਕ ਕੇਅਰ ਆਫ ਦੈਮ, because if we take care of all of Punjab, then different people are doing different things. So we have to be additive, we have to be collaborative and additive कि साडा जो काम असी करिए वो ऐड होवे जो बाकी करने वो ओवरलैप ना होवे, right? So we can have the maximum benefit. So ये 1800 villages साडे कोल हैगे ने। We went to all the villages, so सारे नाल सी गल्लां कीतियां because we have our people there। ਕਿਹੜੇ ਇੰਪੈਕਟ ਹੋਏ ਨੇ ਫਲੱਡ ਨਾਲ, ਕਿਉਂ ਨਹੀਂ ਚਾਹੀਦੀ, ਰਿਲੀਫ ਪੈਕੇਜ ਚਾਹੀਦੇ ਨੇ। ਸੋ ਪਹਿਲੇ ਰਿਲੀਫ ਹੋਈ, ਉਸ ਰਿਲੀਫ ਪੈਕੇਜ ਦਿੱਤੇ। ਦੈਨ ਹੋਈ ਰੀਹੈਬ ਹੋਣੀ ਹੈ, ਕਿਆਂ ਦੇ ਘਰ ਟੁੱਟ ਗਏ ਨੇ, ਫਸਲਾਂ ਸਾਰਾ ਨੁਕਸਾਨ ਹੋ ਗਿਆ। ਸੋ ਅਸੀਂ ਕਿਹਾ ਕਿ ਹਾਊ ਕੈਨ ਵੀ ਹੈਲਪ ਇਨ ਰੀਹੈਬਿਲਿਟੇਸ਼ਨ ਸੋ ਦੈਟ ਲਾਈਫ ਇਜ਼ ਬੈਕ ਟੂ ਨੋਰਮਲ, ਤਾਂ ਕਿ ਲੋਕ ਆਪਣਾ ਜੋ ਨੋਰਮਲ ਜ਼ਿੰਦਗੀ ਉਹ ਜੀ ਸਕਣ। ਅਸੀਂ ਉਹ ਕਰ ਰਹੇ ਹਾਂ ਨਾ। ਅਸੀਂ ਜਿਹੜੇ 1800 ਵਿਲੇਜਸ ਹੈਗੇ ਨੇ ਉਸ 'ਚ ਕਾਫੀ ਕੰਮ ਕੀਤਾ ਅਸੀਂ। ਟਰੀ ਪਲਾਂਟੇਸ਼ਨ ਹੈ, ਵੇਸਟ ਮੈਨੇਜਮੈਂਟ ਹੋ ਰਿਹਾ, ਸਪੋਰਟਸ ਦੇ ਪ੍ਰੋਗਰਾਮ ਹੋਏ ਨੇ, ਐਜੂਕੇਸ਼ਨ ਦੇ ਪ੍ਰੋਗਰਾਮ ਹੋ ਰਹੇ ਨੇ, ਉਹ ਕੰਟੀਨਿਊ ਕਰ ਰਹੇ ਹਾਂ। ਉੱਥੇ ਹੋਰ ਇਨੀਸ਼ੀਏਟਿਵ ਐਡ ਕਰ ਰਹੇ ਹਾਂ ਬਿਕੋਜ਼ ਦ ਮੋਰ ਇਨੀਸ਼ੀਏਟਿਵ ਅਸੀਂ ਐਡ ਕਰਾਂਗੇ ਉੱਥੇ ਮੋਰ ਜੋਬਸ ਹੋਣਗੀ, ਵਿਲੇਜ ਦਾ ਸਟੈਟਸ ਚੰਗਾ ਹੋਏਗਾ, ਉਹਨਾਂ ਦੀ ਹੈਲਥ ਚੰਗੀ ਹੋਏਗੀ, ਵੈਲਬੀਂਗ ਦਾ ਇੰਪਲੀਮੈਂਟੇਸ਼ਨ ਹੋਏਗਾ। ਸੋ ਵੀ ਆਰ ਨਾਟ ਸਟੋਪਿੰਗ ਔਨ ਵਾਟ ਵੀ ਆਰ ਡੂਇੰਗ ਇਨ ਐਡੀਸ਼ਨ ਟੂ ਜਿਹੜੇ ਰਿਲੀਫ ਐਫਰਟਸ ਕਰ ਰਹੇ ਹਾਂ। ਦਿਸ ਇਜ਼ ਐਡਿਟਿਵ ਟੂ ਇਟ। ਬਟ ਆਰ ਗੋਲ ਇਜ਼ ਜੇ ਸਾਰੇ 1800 ਵਿਲੇਜਸ ਨੇ, ਨੋ ਬਡੀ ਸਪੈਸ਼ਲੀ ਦੀ ਐਲਡਰਲੀ daily wage workers should not suffer because of the floods. That we are making sure of ਜੀ। ਸਰ, ਇਹਨਾਂ ਹੜ੍ਹਾਂ ਦੇ ਵਿਚਕਾਰ ਅਸੀਂ ਇੱਕ ਤਸਵੀਰ ਵੀ ਦੇਖੀ, ਭਾਵੇਂ NRI ਭਰਾ ਬਾਹਰ ਤੋਂ ਬਹੁਤ ਹੈਲਪ ਕਰ ਰਹੇ ਨੇ, ਲੇਕਿਨ ਅਜਿਹੇ ਪਰਿਵਾਰ ਵੀ ਸਨ ਜਿਨ੍ਹਾਂ ਦੇ ਬਜ਼ੁਰਗ ਇੱਥੇ ਸੀਗੇ, ਲੇਕਿਨ ਉਹਨਾਂ ਦੇ ਪਰਿਵਾਰ ਦੇ ਜੇ ਆਪਣੇ ਬੰਦੇ ਸੀ, ਪਰਿਵਾਰਿਕ ਮੈਂਬਰ ਸੀ, ਉਹ ਬਾਹਰ ਬੈਠੇ ਹੋਏ ਸਨ, ਉਹ ਹੈਲਪ ਨਹੀਂ ਮੌਜੂਦ ਕਰ ਸਕੇ। ਲੇਕਿਨ ਇੱਥੇ ਬੈਠੇ ਪੰਜਾਬੀਆਂ ਨੇ ਜ਼ਰੂਰ ਉਹਨਾਂ ਬਜ਼ੁਰਗਾਂ ਦੀ ਵਾਸਤੇ ਜੋ ਹੈ ਕੁਛ ਨਾ ਕੁਛ ਕੰਮ ਕੀਤਾ ਹੈ। ਤਾਂ ਤੁਹਾਨੂੰ ਕੀ ਲੱਗਦਾ, ਕਿਉਂਕਿ ਨੌਜਵਾਨ ਪੀੜ੍ਹੀ ਜੋ ਹੈ ਬਾਹਰ ਦੇ ਵੱਲ ਭੱਜ ਰਹੀ ਹੈ, ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਬਜ਼ੁਰਗ ਇੱਥੇ ਇਕੱਲੇ ਰਹਿ ਗਏ ਨੇ? ਬੜਾ ਚੰਗਾ ਕੁਐਸਚਨ ਕੀਤਾ ਐਂਡ ਤੁਹਾਡਾ ਕੁਐਸਚਨ ਬੜਾ ਰੈਲੇਵੈਂਟ ਹੈਗਾ। ਸੋ ਇਹ ਗੱਲ ਠੀਕ ਹੈ ਕਿ ਲੋਕ ਬਾਹਰ ਚਲੇ ਜਾਂਦੇ, ਉਹਨਾਂ ਦੇ ਮਾਂ ਪਿਓ ਜਾਂ ਗ੍ਰੈਂਡ ਪੇਰੈਂਟਸ ਇੱਥੇ ਨੇ। ਸੋ ਇੱਕ ਚੀਜ਼ ਅਸੀਂ ਬੜੀ ਅੱਛੀ ਚੀਜ਼ ਆਪਣੇ ਵਿਲੇਜਸ ਕੀਤੀ ਐਂਡ ਡੂਰਿੰਗ ਕੋਵਿਡ ਵੀ ਕੀਤੀ ਸੀ ਅਸੀਂ। ਜਦ ਕੋਵਿਡ ਹੋਇਆ ਫਸਟ ਵੇਵ, 400 ਵਿਲੇਜਸ ਸਾਡੇ ਕੋਲ ਸੀ। ਅਸੀਂ ਵੀ ਸਰਵਡ 50,000 families, 50,000 people, 10,000 families for 2 months, the elderly and the daily wage worker। ਸੋ ਅਸੀਂ ਜਿਹੜੇ ਸਾਡਾ ਮਾਡਲ ਵਿਲੇਜ ਦਾ ਕਨਸੈਪਟ ਹੈ, ਅਸੀਂ ਉਸ 'ਚ ਦੇਖ ਰਹੇ ਹਾਂ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਦੇਖਭਾਲ ਕਿਵੇਂ ਕਰਨੀ ਹੈ, ਜਿਹੜੇ ਫਾਰਮਰਸ ਨੇ ਉਹਨਾਂ ਦਾ ਸਪੋਰਟ ਕਿਵੇਂ ਕਰਨਾ ਹੈ, ਐਂਡ ਦੈਟ ਇਜ਼ ਪਾਰਟ ਆਫ ਆਰ ਪ੍ਰੋਗਰਾਮ। ਸੋ ਜਿਹੜਾ ਸਾਡੇ 1800 ਵਿਲੇਜਸ ਹੈ, ਅਸੀਂ ਤਾਂ ਦੱਸ ਸਕਦੇ ਹਾਂ ਯੈਸ ਸਮ ਟਾਈਮ ਕੋਈ ਨਾ ਕੋਈ ਸਫਰ ਕਰੇਗਾ। ਜਨਰਲੀ ਸਪੀਕਿੰਗ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ, ਬਿਕੋਜ਼ ਫॉर ਮੀ ਵਿਮਨ ਇੰਪਾਵਰਮੈਂਟ, ਗੈਟਿੰਗ ਵਿਮਨ ਇੰਟੀਗ੍ਰੇਟਿਡ, ਬੱਚਿਆਂ ਦਾ ਖਿਆਲ ਅਤੇ ਬਜ਼ੁਰਗਾਂ ਦਾ ਖਿਆਲ, ਉਹ ਫਸਟ ਪੈਰਾਮਾਉਂਟ ਹੈ। So every village we go to, we ensure that the children, the women population and the elderly population, they don't suffer। Now children suffer because ਉਹਨਾਂ ਕੋਲ ਐਜੂਕੇਸ਼ਨ ਨਾ ਹੋਏ, ਕੁਝ ਸਿੱਖ ਨਹੀਂ ਰਹੇ, ਉਹ ਸਫਰ ਕਰਨਗੇ। women will suffer, ਕੋਈ ਕੰਮ ਨਾ ਹੋਏ ਜਾਂ ਘਰ ਬੈਠੇ ਨੇ ਜਾਂ ਡੋਮੈਸਟਿਕ ਅਬਿਊਜ਼ ਹੋਏ। elderly ਕੋਈ ਖਿਆਲ ਰੱਖਣ ਵਾਸਤੇ we are making sure through our initiatives ਕਿ ਉਹ ਸਾਰਿਆਂ ਦਾ we make sure we address all of them, we take care of all of them। So in our 1800 villages you will feel that people are very happy। ਸਾਡੇ ਜੋ ਸਾਰੇ ਲੋਕ ਨੇ ਉਸ ਵਿਲੇਜਸ ਉਹ ਖੁਸ਼ ਨੇ, ਰਾਉਂਡਗਲਾਸ ਫਾਊਂਡੇਸ਼ਨ ਤੋਂ ਖੁਸ਼ ਨੇ ਜੋ ਕੰਮ ਕਰ ਰਹੇ ਆ। ਅਤੇ ਜਦ ਵੀ ਮਦਦ ਚਾਹੀਦੀ ਹੁੰਦੀ ਹੈ ਆਰ ਪੀਪਲ ਆਰ ਔਨ ਦ ਗਰਾਊਂਡ। ਸਰ, ਹੁਣ ਕੀ ਮਦਦ ਦੀ ਲੋੜ ਹੈਗੀ ਹੈ? ਕਿਉਂਕਿ ਜਦ ਆਪਾਂ ਲੋੜਵੰਦਾਂ ਦੀ ਗੱਲ ਕਰਦੇ ਨੇ, ਸਭ ਤੋਂ ਪਹਿਲੇ ਤਾਂ ਆ ਜਾਂਦਾ ਕਿ ਸਿਹਤ ਸੁਵਿਧਾਵਾਂ ਚਾਹੀਦੀਆਂ ਨੇ। ਜੇ ਘਰ ਟੁੱਟ ਗਏ ਨੇ ਉਹਨਾਂ ਦੀ ਮੁਰੰਮਤ ਹੋਣੀ ਹੈ, ਜਾਂ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਟੁੱਟ ਗਏ ਉਹ ਬਣਾਓਗੇ। ਮਤਲਬ ਕਿਸ ਤਰ੍ਹਾਂ ਦੀ ਫਾਊਂਡੇਸ਼ਨ ਦੇ ਵਿਚਕਾਰ ਤੁਹਾਡਾ ਕੰਮ ਹੋ ਰਿਹਾ? ਸੋ ਪਹਿਲੇ ਤਾਂ ਅਸੀਂ ਰਿਲੀਫ ਪੈਕੇਜ ਭੇਜੇ ਸੀ। ਸੋ ਵੀ ਮੇਡ ਰਿਲੀਫ ਪੈਕੇਜ ਵਿਦ ਫੂਡ ਨੇ, ਬਿਕੋਜ਼ ਖਾਣਾ ਬਣਾ ਨਹੀਂ ਸਕਦੇ ਸੀ, ਹੈਡ ਟੂ ਬੀ ਰੈਡੀਮੇਡ ਫੂਡ ਬਿਕੋਜ਼ ਆਫ ਫਲੱਡ, ਸਾਰੇ ਇਲੈਕਟ੍ਰੀਸਿਟੀ ਨਹੀਂ ਸੀ। ਸੋ ਅਸੀਂ ਰੈਡੀਮੇਡ ਪੈਕੇਜਸ ਭੇਜੇ ਜੋ ਖਾਣ ਵਾਸਤੇ, ਰਹਿਣ ਵਾਸਤੇ ਜੋ ਠੀਕ ਹੁੰਦੇ, ਉਹ ਭੇਜ ਦਿੱਤੇ ਸੀ। ਹੁਣ ਅਸੀਂ ਕੀ ਕਰ ਰਹੇ ਹਾਂ, ਅਸੀਂ ਆਈਡੈਂਟੀਫਾਈ ਕੀਤੇ ਨੇ ਅਬਾਊਟ 40 to 50 ਵਿਲੇਜਸ ਫਸਟ ਫੇਜ਼ ਆਈਡੈਂਟੀਫਾਈ ਜੋ ਜ਼ਿਆਦਾ ਸਿਵੀਅਰਲੀ ਇੰਪੈਕਟਡ ਹੋਏ ਨੇ ਜਾਂ ਘਰ ਟੁੱਟ ਗਏ ਨੇ ਜਾਂ ਐਸੈਟਰਾ। ਉਹਨਾਂ ਦੀ ਅਸੀਂ ਫਸਟ ਹੈਲਪ ਕਰ ਰਹੇ ਹਾਂ ਕਿ ਉਹਨਾਂ ਦੇ ਘਰ ਬਣ ਜਾਣ,
ਜਿਨ੍ਹਾਂ ਦੇ ਫਾਰਮਰਸ ਦੀ ਫਸਲਾਂ ਨੁਕਸਾਨ ਹੋਈਆਂ ਨੇ ਉਹਨਾਂ ਨੂੰ ਕਿਵੇਂ ਅਸੀਂ ਉਹਨੂੰ ਹੈਲਪ ਕਰ ਸਕਦੇ ਹਾਂ ਤਾਂ ਕਿ ਬਿਕੋਜ਼ ਵੀ ਡੋਂਟ ਵਾਂਟ ਐਨੀ ਆਫ ਫਾਰਮਰਸ ਟੂ ਕਮਿਟ ਸੁਸਾਈਡ ਦੈਟ ਇਜ਼ ਇਨ ਨੋ ਫॉर ਅਸ ਸੋ ਅਸੀਂ ਪੂਰਾ ਡਿਕਟੇਟ ਕੀਤਾ ਕਿ ਸਾਡੇ ਅੱਗੇ ਵਿਲੇਜ 'ਚ ਕੋਈ ਫਾਰਮਰ ਸਫਰ ਕਰ ਰਿਹਾ ਸਾਡੇ ਨਾਲ ਗੱਲ ਕਰੇ ਸੁਸਾਈਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਿਮਿਲਰਲੀ ਜੇ ਅਸੀਂ ਸਾਡੇ ਔਨ ਦ ਗਰਾਊਂਡ ਨੇ ਜੇ ਬਜ਼ੁਰਗ ਨੇ ਤੁਸੀਂ ਕਿਹਾ ਹੈਲਥ ਇੰਪੋਰਟੈਂਟ ਹੈ ਉਹਨਾਂ ਨੂੰ ਕੋਈ ਖਾਣ ਪੀਣ ਦੀ ਕੋਈ ਪ੍ਰੋਬਲਮ ਨਾ ਹੋਵੇ ਉਹ ਸਾਡੇ ਜਿਹੜੇ ਲੋਕੀ ਨੇ ਇਨ ਦ ਵਿਲੇਜ ਦੇ ਆਰ ਟਾਕਿੰਗ ਟੂ ਦੈਮ and when that information comes to us somebody suffering then we step up it's a case by case basis also because we can't have we can have a generic program ki buzurgam waste a program hai we can have that but we don't have a generic program for buzurg we have ki in a village who's suffering jo suffer kar rahe ne ਉਹਨਾਂ ਦੀ ਹੈਲਪ ਕਰੋ ਸਰ ਇੱਕ ਸਵਾਲ ਵੀ ਹੈਗਾ ਕਿ ਤੁਹਾਡੀ ਜੇ ਵੋਲੰਟੀਅਰਸ ਨੇ ਜਾਂ ਤੁਹਾਡੇ ਨਾਲ ਕੋਈ ਜੁੜਨਾ ਚਾਹੁੰਦਾ ਹੈ ਤਾਂ ਤੁਸੀਂ ਉਹਨਾਂ ਨੂੰ ਕਿਵੇਂ ਮਤਲਬ ਉਹ ਕਿਵੇਂ ਸੰਪਰਕ ਕਰ ਸਕਦੇ ਨੇ ਸੋ ਤੁਹਾਨੂੰ ਐਡਰੈਸ ਦੇ ਦਾਂਗੇ ਕਿਵੇਂ ਸਾਡੇ ਨਾਲ ਕਰਨਾ ਹੈ ਈਮੇਲ ਦੇ ਦਾਂਗੇ ਤੁਹਾਨੂੰ ਫੋਨ ਨੰਬਰ ਦੇ ਦਾਂਗੇ ਦੇ ਕੈਨ ਕਾਲ ਅਸ ਵੀ ਵੈਲਕਮ ਆਲ ਵੋਲੰਟੀਅਰਸ ਬਿਕੋਜ਼ ਕੀ ਹੁੰਦਾ ਸਾਡੇ ਵੋਲੰਟੀਅਰਸ ਨਾ ਉਸ ਬੇਸ ਤੋਂ ਜੋ ਵੋਲੰਟੀਅਰ ਕਰਦੇ ਉਹਨਾਂ ਨੂੰ ਫਿਰ ਅਸੀਂ ਸਿਲੈਕਟ ਕਰਦੇ ਹਾਂ ਉਹਨੂੰ ਕਿਹਨਾਂ ਨੂੰ ਜੌਬ ਦੇਈਏ ਉਹ ਸਾਰੇ ਚੇਂਜ ਮੇਕਰਸ ਬਣ ਜਾਂਦੇ ਨੇ ਚੇਂਜ ਮੇਕਰਸ ਜਿਹੜੇ ਬੈਸਟ ਹੁੰਦੇ ਨੇ ਉਹ ਕੋਆਰਡੀਨੇਟਰਸ ਬਣ ਜਾਂਦੇ ਨੇ ਸੋ ਵੀ ਵਾਂਟ ਅ ਬਿਗ ਵੋਲੰਟੀਅਰ ਬੇਸ ਤਾਂ ਕਿ ਪਤਾ ਚੱਲੇ ਕੌਣ ਆਪਣੇ ਦਿਲੋਂ ਕੰਮ ਕਰ ਰਿਹਾ ਕੌਣ ਹਾਰਡ ਵਰਕ ਕਰ ਰਿਹਾ ਫਿਰ ਉਹਨੂੰ ਅਸੀਂ ਹਾਇਰ ਕਰ ਲਈਏ ਸੋ ਦ ਜੌਬਸ ਆਰ ਕ੍ਰੀਏਟਡ ਲਾਈਕ ਦੈਟ ਸੋ ਇਨ ਦ ਫਾਊਂਡੇਸ਼ਨ ਵੀ ਹੈਵ 100 ਪੀਪਲ ਟੂਡੇ ਉਹ ਸਾਡੀ ਵਿਦਿਨ ਦ ਨੈਕਸਟ 12 ਮੰਥਸ ਵਿਲ ਬੀ ਡਬਲ 200 ਹੋ ਜਾਣਗੇ So within 12 months, we have doubled from 100 to 200 people, paid positions. Volunteers usually are 10 times that of paid positions, right? So college students ho gaye, we are, if I had my choice, we will hire काफ़ी college students hire करेंगे, ते services वाले, जो services काम कर सकेंगे या जो widowers हों, ਅਸੀਂ ਉਹਨੂੰ first preference ਦੇਣਾ ਚਾਹੁੰਦੇ ਨੇ। ਸਰ ਇੱਕ ਸਵਾਲ ਹੈਗਾ ਕਿਉਂਕਿ ਕਿਸਾਨਾਂ ਦੇ ਵਿਚਕਾਰ ਇਸ ਵੇਲੇ ਇੱਕ ਹੋਰ ਸਥਿਤੀ ਸਾਹਮਣਾ ਪੇਸ਼ ਕਰਨਾ ਪੈ ਰਿਹਾ ਕਿਉਂਕਿ ਹੜ੍ਹ ਤੋਂ ਬਾਅਦ ਜੇ ਮਿੱਟੀ ਰਹਿ ਜਾਂਦੀ ਹੈ ਜੋ ਪਾਣੀ ਦੇ ਬਹਾਵ ਦੇ ਨਾਲ ਰੇਤਾ ਮਿੱਟੀ ਵਗੈਰਾ ਆ ਜਾਂਦੀ ਹੈ ਉਹਦੇ ਕਰਕੇ ਬਿਮਾਰੀਆਂ ਤਾਂ ਫੈਲਦੀਆਂ ਲੇਕਿਨ ਹੁਣ ਜੇ ਹੈ ਕਿਤੇ ਨਾ ਕਿਤੇ ਕਿਸਾਨਾਂ ਨੂੰ ਹੈ ਕਿ ਉਹ ਫਸਲ ਬੀਜਣ ਵਾਸਤੇ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ So, एक तो जब वाटर रिसीड हो जाएगा then the rehab start. The rehab is for एक तो rehab हो गया कि कार टुटे ने वाला कुछ करना है एक rehab है कि farmers की करिए ਅਸੀਂ ਸਾਰੇ farmers ਨੂੰ information ਭੇਜ ਰਹੇ ਹਾਂ ਭੇਜ ਚੁੱਕੇ ਹਾਂ ਕਿ ਤੁਸੀਂ ਦੱਸੋ ਤੁਹਾਨੂੰ ਕੀ ਹੈਲਪ ਚਾਹੀਦੀ ਹੈ ਅਸੀਂ ਕਿਹਾ ਤੁਸੀਂ ਕਨਵਰਟ ਕਰੋ ਰੀਜਨ ਫਾਰਮਿੰਗ ਤੇ ਆਰਗੈਨਿਕ ਫਾਰਮਿੰਗ ਬਾਇਓਡਾਇਨਾਮਿਕ ਫਾਰਮਿੰਗ ਕਰੋ ਤੁਸੀਂ ਉਹ ਹੈਲਪ ਕਰਾਂਗੇ ਸਾਡੇ ਕੋਲ ਪੂਰਾ ਪ੍ਰੋਗਰਾਮ ਹੈਗਾ ਹਾਊ ਟੂ ਇੰਪਲੀਮੈਂਟ ਰੀਜਨ ਫਾਰਮਿੰਗ ਇਨ ਐਨੀ ਫਾਰਮ ਉਹ ਅਸੀਂ ਕਰ ਰਹੇ ਹਾਂ ਬੈਠ ਕੇ ਸੋ ਦਿਸ ਪ੍ਰੋਗਰਾਮ working with the farmers, converting the farmers to region farming, ਇਹ ਸਾਰਾ ਇਨੀਸ਼ੀਏਟਿਵ ਚੱਲ ਰਿਹਾ ਸੋ ਸਾਡੇ ਜੇ 1800 ਵਿਲੇजेस ਨਾ ਮੇਰੀ ਤਮੰਨਾ ਹੈ ਕਿ ਸਾਰੇ 1800 ਵਿਲੇजेस ਰੀਜਨ ਫਾਰਮਿੰਗ ਕਰ ਲੈਣ ਆਰਗੈਨਿਕ ਫਾਰਮਿੰਗ ਕਰ ਲੈਣ ਬਿਕੋਜ਼ ਫਲੱਡ ਨੇ ਇੱਕ ਓਪਰਚੁਨਿਟੀ ਦਿੱਤੀ ਹੈ ਕਿ ਫਸਲ ਨੁਕਸਾਨ ਹੋ ਗਈ ਹੈ ਅਸੀਂ ਤੁਹਾਡੀ ਹੈਲਪ ਕਰਨ ਨੂੰ ਤਿਆਰ ਹਾਂ ਫਾਈਨੈਂਸ਼ੀਅਲੀ ਹੈਲਪ ਕਰਨ ਨੂੰ ਤਿਆਰ ਹਾਂ ਬੀਜ ਖਰੀਦਣੇ ਨੇ ਜੋ ਵੀ ਕਰਨਾ ਵੀ ਆਰ ਰੈਡੀ ਟੂ ਹੈਲਪ ਵੀ ਫੀਲ ਕਿ ਬੜੀ ਚੰਗੀ ਓਪਰਚੁਨਿਟੀ ਹੈ ਕਿ ਡਿਸਰਪਸ਼ਨ ਹੋਈ ਹੈ ਕਿ ਇਹਦਾ ਬੈਨੀਫਿਟ ਕਿਵੇਂ ਉਠਾਈਏ ਇਹਨੂੰ ਕਨਵਰਟ ਕਰ ਦਈਏ ਆਰਗੈਨਿਕ ਫਾਰਮਿੰਗ ਤੇ ਆਰਗੈਨਿਕ ਫਾਰਮ ਜੇ ਕਨਵਰਟ ਕਰੋਗੇ ਉਹਦੀ ਆਮਦਨ ਬੜੀ ਹੈ ਸਰ ਜੇ ਤੁਸੀਂ ਆਰਗੈਨਿਕ ਫਾਰਮਿੰਗ ਦੀ ਗੱਲ ਕਰ ਰਹੇ ਹੋ ਕਿਉਂਕਿ ਆਪਾਂ ਜਦ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦੇ ਨੇ ਫਰਟੀਲਾਈਜ਼ਰਸ ਕਾਫੀ ਯੂਜ਼ ਹੁੰਦੇ ਸੀ ਬਹੁਤ ਸਾਰੀ ਪ੍ਰੋਸੈਸ ਚੀਜ਼ਾਂ ਦਾ ਚੱਲ ਰਿਹਾ ਸੀਗਾ ਹੁਣ ਤੁਸੀਂ ਕਹਿੰਦੇ ਫਲੱਡਸ ਦੇ ਬਾਅਦ ਜੇ ਹੈ ਆਰਗੈਨਿਕ ਫਾਰਮਿੰਗ ਦੇ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿਸ ਤਰੀਕੇ ਦੇ ਨਾਲ ਉਤਸ਼ਾਹਿਤ ਕਰਨ ਵਾਸਤੇ ਤੁਹਾਡੇ ਪ੍ਰੋਗਰਾਮ ਨੇ ਸੋ ਦੋ ਚੀਜ਼ਾਂ ਹੋਣਗੀਆਂ ਇੱਕ ਤਾਂ ਫਾਈਨੈਂਸ਼ੀਅਲ ਹੈਲਪ ਹੋ ਗਈ ਬਿਕੋਜ਼ ਜਦ ਤੁਸੀਂ ਰੀਜਨ ਫਾਰਮਿੰਗ ਆਰਗੈਨਿਕ ਫਾਰਮਿੰਗ ਕਰਦੇ ਹੋ ਤੁਹਾਡੀ ਯੀਲਡ ਘੱਟ ਹੋ ਜਾਂਦੀ ਹੈ ਐਟਲੀਸਟ 3 ਸਾਲ ਵਾਸਤੇ 7 ਸਾਲ ਵਿੱਚ ਪੂਰੀ ਆਰਗੈਨਿਕ ਹੋ ਜਾਏਗੀ ਜੇ 3 ਸਾਲ ਜਿਹੜੀ ਯੀਲਡ ਘੱਟ ਹੁੰਦੀ ਹੈ ਨਾ ਅਸੀਂ ਕੰਪਨਸੇਟ ਕਰਾਂਗੇ ਉਹਨੂੰ ਅਗਰ ਅਸੀਂ ਐਕਸ ਬਣਾਉਂਦੇ ਹਾਂ ਇੰਨੇ ਰੁਪਏ ਬਣਾਉਂਦੇ ਹਾਂ ਇੰਨਾ ਸਾਨੂੰ ਮਿਲਦਾ ਆਮਦਨ 1 ਏਕੜ ਤੋਂ ਮਗਰ ਇਸ ਨਾਲ ਘੱਟ ਮਿਲੇਗਾ ਜੋ ਡੈਲਟਾ ਹੈਗਾ ਜੋ ਡਿਫਰੈਂਸ ਹੈਗਾ ਉਹ ਅਸੀਂ ਪੇ ਕਰਾਂਗੇ ਸੋ ਇੱਕ ਹੋ ਗਿਆ ਫਾਈਨੈਂਸ਼ੀਅਲ ਹੈਲਪ ਇੱਕ ਹੋ ਗਿਆ ਐਕਸਪਰਟੀਜ਼ ਹੈਲਪ ਸਪੈਸ਼ਲਾਈਜੇਸ਼ਨ ਹੈਲਪ ਕਿ ਕਿਵੇਂ ਆਰਗੈਨਿਕ ਕਰਨੀ ਹੈ ਕਿਵੇਂ ਬਾਇਓਡਾਇਨਾਮਿਕ ਕਰਨੀ ਹੈ ਕਿਵੇਂ ਰੀਜਨਲ ਫਾਰਮਿੰਗ ਕਰਨੀ ਹੈ ਸੋ ਬੋਥ ਬਿਟਵੀਨ ਐਕਸਪਰਟੀਜ਼ ਕਿ ਕਿਵੇਂ ਕਰਨੀ ਹੈ ਤੇ ਫਾਈਨੈਂਸ਼ੀਅਲ ਹੈਲਪ ਸੋ ਹੁਣ ਅਗਰ ਮੈਂ ਫਾਰਮਰ ਸੀ ਮੇਰੇ ਕੋਲ ਆਇਆ ਕਿ ਸਨੀ ਆ ਤੂੰ ਮੈਂ ਤੈਨੂੰ ਪੈਸੇ ਵੀ ਦੇਵਾਂਗਾ ਤਾਂ ਕਿ ਤੇਰੀ ਆਮਦਨ ਨਾ ਘੱਟ ਹੋਵੇ ਅਤੇ ਮੈਂ ਤੈਨੂੰ ਐਕਸਪਰਟੀਜ਼ ਵੀ ਦੇਵਾਂਗਾ ਐਕਸਪਰਟੀ ਪੂਰੀ ਖਤਮ ਹੋ ਗਈ 3 ਸਾਲ ਤੇ 7 ਸਾਲ ਤੇਰੀ ਆਮਦਨ ਕਾਫੀ ਵੱਧ ਜਾਏਗੀ ਮੈਂ ਤਾਂ ਐਕਸੈਪਟ ਕਰਾਂਗਾ ਮੇਰੀ ਤਾਂ ਸਾਰੀ ਫਸਲ ਨੁਕਸਾਨ ਹੋ ਗਈ ਹੈ ਤੁਸੀਂ ਮੇਰੀ ਹੈਲਪ ਕਰ ਰਹੇ ਹੋ ਤਾਂ ਇਟ ਬਿਕਮਸ ਅ ਗ੍ਰੇਟ ਓਪਰਚੁਨਿਟੀ ਕਿ ਮੈਂ ਯੈਸ ਐਬਸੋਲੂਟਲੀ ਅਗਰ ਘਰ ਨਹੀਂ ਆਉਂਦਾ ਅਗਰ ਫਲੱਡ ਨਹੀਂ ਆਉਂਦਾ ਤਾਂ ਮੈਂ ਕਹਿੰਦਾ ਮੇਰੀ ਤਾਂ ਚੱਲ ਰਹੀ ਹੈ ਮੈਂ ਕਿਉਂ ਤੈਨੂੰ ਸੁਣਾ ਹੁਣ ਕਿ ਮੈਂ ਤਾਂ ਸੁਣਨਾ ਪੈ ਰਿਹਾ ਬਿਕੋਜ਼ ਮੇਰੀ ਓਪਰਚੁਨਿਟੀ ਹੈ ਕਿ ਤੁਸੀਂ ਮੇਰੀ ਹੈਲਪ ਕਰ ਰਹੇ ਹੋ ਸੋ ਨਾਓ ਦੇ ਆਰ ਓਪਨ ਮਾਈਂਡਡ ਸੋ ਅਸੀਂ ਇਹ ਫਲੱਡ ਦੀ ਓਪਰਚੁਨਿਟੀ ਯੂਜ਼ ਕਰਨਾ ਚਾਹੁੰਦੇ ਹਾਂ ਟੂ ਕਨਵਰਟ ਐਜ਼ ਮੈਨੀ ਫਾਰਮਰਸ ਇਨ 1800 ਵਿਲੇजेस ਟੂ ਆਰਗੈਨਿਕ ਫਾਰਮਿੰਗ ਐਂਡ ਦਿਸ ਵਿਲ ਸੇਵ ਦ ਸਟੇਟ ਮੇਰਾ ਬਿਲੀਫ ਹੈਗਾ ਅਗਰ ਸਾਰਾ ਪੰਜਾਬ ਆਰਗੈਨਿਕ ਜਾਂ ਰੀਜਨ ਬਣ ਜਾਏ ਦਿਸ ਸਟੇਟ ਵਿਲ ਥਰਾਈਵ ਇਹ ਤੇ ਜਿਹੜੇ ਕਹਿੰਦੇ ਹਰਿਆਲੀ ਵਾਲੇ ਦਿਨ ਸੇ ਉਹ ਵਾਪਸ ਆ ਜਾਣਗੇ
ਬਹੁਤ ਸਹੀ ਗੱਲ ਕਹੀ ਹੈ, ਕਿਉਂਕਿ ਜਿੱਥੇ ਆਪਾਂ ਕਰ ਰਹੇ ਹਾਂ ਫਰਟੀਲਾਈਜ਼ਰ ਤੇ ਦੂਜੇ ਇਸਤੇਮਾਲ ਕਰ ਰਹੇ ਨੇ, ਜਿਨ੍ਹਾਂ ਕਰਕੇ ਆਪਾਂ ਕਹੀਏ ਸਾਡਾ ਫੂਡ ਵੀ ਖਰਾਬ ਹੋ ਗਿਆ, ਸਾਨੂੰ ਬਿਮਾਰੀਆਂ ਵੀ ਬਹੁਤ ਜ਼ਿਆਦਾ ਲੱਗ ਰਹੀਆਂ। ਉਸੇ ਉਦੇਸ਼ ਦੇ ਨਾਲ ਸਨੀ ਗੁਰਪ੍ਰੀਤ ਜੀ ਕਹਿੰਦੇ ਕਿ ਆਰਗੈਨਿਕ ਫਾਰਮਿੰਗ ਨੂੰ ਕਿਤੇ ਨਾ ਕਿਤੇ ਉਤਸ਼ਾਹਿਤ ਕਰਨ ਦੀ ਲੋੜ ਹੈ ਪੰਜਾਬ ਦੇ ਵਿਚਕਾਰ, ਤੇ ਇਹ ਹੈਲਪ ਕਰਨ ਨੂੰ ਵੀ ਤਿਆਰ ਨੇ, ਤੇ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਇਹਨਾਂ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ, ਇਹਨਾਂ ਦੇ ਫਾਊਂਡੇਸ਼ਨ ਨਾਲ ਜੁੜ ਕੇ ਜੋ ਹੈ ਆਰਗੈਨਿਕ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਪਿਛਲਵਾਨ, ਦੈਨਿਕ ਸਵੇਰਾ ਟੀਵੀ।